Hello students, in this video we will cover the topic type of instructions and instruction cycle. There are three types of instructions: memory reference instruction, register reference instructions and input-output instruction. First is memory reference instruction. These instructions refer to memory address as an operand. The other operand is always a cumulator. It specifies 12-bit address, 3-bit opcode. It is from 000 to 110 and 1-bit addressing mode for direct and indirect address. अगर i ਦੀ वैल्यू 0 है तो ਇਹਦਾ मतलब डायरेक्ट एड्रैस है, अगर i ਦੀ वैल्यू 1 है ਇਹਦਾ मतलब इनडायरेक्ट एड्रैस है। ਹੁਣ ir ਦੀ वैल्यू ਤੁਹਾਡੇ ਕੋਲ ਲਿਖੀ ਹੋਈ ਹੈ, ਇਹ ਤੁਹਾਨੂੰ ਦੱਸ ਰਹੀ ਕਿ ਐਡ ਆਪਰੇਸ਼ਨ ਪਰਫਾਰਮ ਹੋ ਰਿਹਾ ਹੈ। ਹੁਣ ਐਡ ਆਪਰੇਸ਼ਨ ਪਰਫਾਰਮ ਹੋਣ ਲਈ ਜੇ ਆਪਣੀ ਮੈਮਰੀ ਰੈਫਰੈਂਸ ਸੈਸ਼ਨ ਹੈ ਤੇ ਕਿਹੜੇ ਮਾਈਕਰੋ ਆਪਰੇਸ਼ਨ ਪਰਫਾਰਮ ਹੋਣਗੇ? ਆ ਮਾਈਕਰੋ ਆਪਰੇਸ਼ਨ ਮੈਂ ਲਿਖੇ ਹੋਏ ਆ। ਪਹਿਲਾਂ ਐਡਰੈਸ ਰਜਿਸਟਰ ਦੇ ਵਿੱਚ ਜੋ ਵੈਲਿਊ ਆ ਤੁਹਾਡੀ ਡਾਟਾ ਰਜਿਸਟਰ 'ਚ ਮੂਵ ਹੋਊਗੀ, ਜੋ ਇਸ ਐਡਰੈਸ ਦੇ ਉੱਪਰ ਸਟੋਰ ਆ ਉਹ ਡਾਟਾ ਰਜਿਸਟਰ 'ਚ ਮੂਵ ਹੋਊਗਾ। ਉਸ ਤੋਂ ਬਾਅਦ ਡਾਟਾ ਰਜਿਸਟਰ ਦੇ ਵਿੱਚ ਜੋ ਵੈਲਿਊ ਆ ਉਹ ਕੈਮੂਲੇਟਰ ਦੇ ਕੰਟੈਂਟ ਦੇ ਵਿੱਚ ਐਡ ਹੋਊਗੀ ਔਰ ਐਡ ਹੋ ਕੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਕੈਮੂਲੇਟਰ ਦੇ ਵਿੱਚ ਸਟੋਰ ਹੋ ਜਾਊਗਾ ਔਰ ਸੀਕੁਐਂਸ ਕਾਊਂਟਰ ਦੀ ਵੈਲਿਊ ਜਿਹੜੀ ਤੁਹਾਡੀ ਹੈਗੀ ਹੈ ਉਹ 0 ਹੋ ਜਾਏਗੀ। Next is register reference instruction. These instructions perform operation on register rather than memory address. ਇਹ ਜਿਹੜੇ ਇਹਦੀਆਂ instruction ਹੈ ਇਹ register ਦੇ ਉੱਪਰ ਆਪਰੇਸ਼ਨ ਪਰਫਾਰਮ ਕਰਦੀਆਂ, ਮੈਮਰੀ ਦੇ ਉੱਪਰ ਨਹੀਂ ਕਰਦੀਆਂ ਕਿਉਂਕਿ ਇਹ register reference instruction ਹੈ। ਇਹਦੇ ਵਿੱਚ ਜਿਹੜੀ opcode ਹੈ ਉਹਦੀ ਵੈਲਿਊ ਕੀ ਹੁੰਦੀ ਹੈ 111। ਤਾਂ ਆਪਾਂ ਨੂੰ ਇਸ opcode ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਮੈਮਰੀ ਰੈਫਰੈਂਸ instruction ਨਹੀਂ ਹੈਗੀ। ਔਰ ਜਿਹੜਾ ਤੁਹਾਡੀ i ਬਿਟ ਹੈ 15th ਬਿਟ ਉਹਦੀ ਵੈਲਿਊ ਕੀ ਹੁੰਦੀ ਹੈ 0। ਤਾਂ ਇਸ ਚੀਜ਼ ਕਲੀਅਰ ਕਰਦੀ ਹੈ ਕਿ ਇਹ ਇਨਪੁਟ ਆਊਟਪੁੱਟ instruction ਨਹੀਂ ਹੈ। ਰੈਸਟ 12 ਬਿਟਸ ਤੁਹਾਨੂੰ ਸਪੈਸੀਫਾਈ ਕਰਦੀਆਂ ਕਿ ਰਜਿਸਟਰ ਆਪਰੇਸ਼ਨ ਪਰਫਾਰਮ ਹੋ ਰਿਹਾ। ਹੁਣ IR ਦੀ ਵੈਲਿਊ ਤੁਹਾਡੇ ਕੋਲ ਲਿਖੀ ਹੋਈ ਹੈ, ਇਹਦਾ ਮੀਨਿੰਗ ਕੀ ਹੈ ਕਿ ਕੰਪਲੀਮੈਂਟ ਆਪਰੇਸ਼ਨ ਪਰਫਾਰਮ ਹੋ ਰਿਹਾ। ਤੇ ਇਹਦੇ ਲਈ ਤੁਹਾਡੀ ਜਿਹੜਾ ਮਾਈਕਰੋ ਆਪਰੇਸ਼ਨ ਕੀ ਪਰਫਾਰਮ ਹੋਊਗਾ, ਤੁਹਾਡੇ ਕੋਲ ਆ ਨੀਚੇ ਮੈਂ ਮਾਈਕਰੋ ਆਪਰੇਸ਼ਨ ਲਿਖਿਆ ਹੋਇਆ, ਕਮੂਲੇਟਰ ਦੇ ਕੰਟੈਂਟ ਕੰਪਲੀਮੈਂਟ ਹੋ ਕੇ ਕਮੂਲੇਟਰ ਦੇ ਵਿੱਚ ਹੀ ਸਟੋਰ ਹੋ ਰਹੇ ਨੇ। ਨੈਕਸਟ ਆ ਗਈ ਤੁਹਾਡੀ ਇਨਪੁਟ ਆਊਟਪੁੱਟ ਇੰਸਟਰਕਸ਼ਨ। ਥੀਸ ਇੰਸਟਰਕਸ਼ਨ ਆਰ ਫॉर ਕਮਿਊਨੀਕੇਸ਼ਨ ਬਿਟਵੀਨ ਕੰਪਿਊਟਰ ਐਂਡ ਆਊਟਸਾਈਡ ਵਰਲਡ। ਇਹਦੇ ਵਿੱਚ ਜਿਹੜਾ ਆਪਕੋਡ ਹੈ ਉਹਦੀ ਵੈਲਿਊ ਕੀ ਹੁੰਦੀ ਹੈ 111। ਤਾਂ ਇਹਦੇ ਤੋਂ ਪਤਾ ਚੱਲਦਾ ਕਿ ਆਪਾਂ ਨੂੰ ਇਹ ਮੈਮਰੀ ਰੈਫਰੈਂਸ ਇੰਸਟਰਕਸ਼ਨ ਨਹੀਂ ਹੈ ਔਰ ਇਹਦੇ ਚ IR ਦੀ ਵੈਲਿਊ ਕੀ ਹੈ 1 ਹੈ। ਜਿਹੜੀਆਂ ਆਪਾਂ ਰਜਿਸਟਰ ਰੈਫਰੈਂਸ ਇੰਸਟਰਕਸ਼ਨ ਕਰੀਆਂ ਸੀ ਉਹਦੇ ਵਿੱਚ ਤੁਹਾਡੀ 15th ਬਿਟ ਦੀ ਵੈਲਿਊ 0 ਸੀ, ਪਰ ਇਹਦੇ ਵਿੱਚ ਜਿਹੜੀ 15th ਬਿਟ ਦੀ ਵੈਲਿਊ ਕੀ ਹੈ 1 ਹੈ। ਇਹਦਾ ਮਤਲਬ ਇਹ ਕੀ ਹੈਗੀ ਹੈ ਤੁਹਾਡੀ ਰਜਿਸਟਰ ਰੈਫਰੈਂਸ ਇੰਸਟਰਕਸ਼ਨ ਨਹੀਂ ਹੈ। ਤਾਂ ਰੈਸਟ 12 ਜਿਹੜੀਆਂ ਬਿਟਸ ਹੈ ਤੁਹਾਨੂੰ ਇਨਪੁਟ ਆਊਟ ਆਪਰੇਸ਼ਨ ਬਾਰੇ ਦੱਸਦੀਆਂ। ਹੁਣ IR ਦੇ ਵਿੱਚ ਵੈਲਿਊ ਆ ਲਿਖੀ ਹੋਈ ਹੈ, ਇਸ ਵੈਲਿਊ ਦਾ ਮਤਲਬ ਕੀ ਹੈ ਕਿ INP ਕਮਾਂਡ ਤੁਹਾਡੀ ਚੱਲ ਰਹੀ ਹੈ। INP ਕਮਾਂਡ ਦਾ ਮਤਲਬ ਕੀ ਹੈ ਕਿ ਇਨਪੁਟ ਆਪਾਂ ਕਰਾ ਰਹੇ ਹਾਂ ਕਰੈਕਟਰ, ਕੋਈ ਵੀ ਆਪਾਂ ਕਰੈਕਟਰ ਇਨਪੁਟ ਕਰਵਾ ਰਹੇ ਹਾਂ। ਹੈਂਸ ਇਨਪੁਟ ਕਰੈਕਟਰ ਫਰੋਮ ਪੈਰੀਫਰਲ ਡਿਵਾਈਸ ਮੀਨਸ ਕਿ ਆਪਾਂ ਪੈਰੀਫਰਲ ਡਿਵਾਈਸਿਸ ਤੋਂ ਡਾਟਾ ਜਿਹੜਾ ਹੈਗਾ ਇਨਪੁਟ ਕਰਵਾ ਰਹੇ ਹਾਂ। ਨੈਕਸਟ ਆ ਗਿਆ ਜੀ ਤੁਹਾਡਾ ਇੰਸਟਰਕਸ਼ਨ ਸਾਈਕਲ। ਹਾਂਜੀ, ਨੈਕਸਟ ਇਜ਼ ਵਾਟ ਇਜ਼ ਇੰਸਟਰਕਸ਼ਨ। ਇੰਸਟਰਕਸ਼ਨ ਇਜ਼ ਅ ਕਮਾਂਡ ਵਿਚ ਇਜ਼ ਗਿਵਨ ਬਾਈ ਯੂਜ਼ਰ ਟੂ ਕੰਪਿਊਟਰ। ਇੰਸਟਰਕਸ਼ਨ ਇੱਕ ਇਦਾਂ ਦੀ ਕਮਾਂਡ ਆ ਜਿਹੜੀ ਯੂਜ਼ਰ ਕੰਪਿਊਟਰ ਨੂੰ ਦਿੰਦਾ ਹੈ ਇਹ ਦੱਸਣ ਲਈ ਕਿ ਕਿਹੜਾ ਟਾਸਕ ਪਰਫਾਰਮ ਕਰਨਾ ਹੈ। ਤਾਂ ਉਸ ਟਾਸਕ ਜੋ ਵੀ ਟਾਸਕ ਆਪਾਂ ਪਰਫਾਰਮ ਕਰਨਾ ਹੈ ਆਪਾਂ ਕੰਪਿਊਟਰ ਨੂੰ ਇੰਟੀਮੇਟ ਕਰਨਾ ਹੈ ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਇੰਸਟਰਕਸ਼ਨ। ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਇੰਸਟਰਕਸ਼ਨ ਸਾਈਕਲ। ਹੁਣ ਕੋਈ ਵੀ ਇੰਸਟਰਕਸ਼ਨ ਤੁਹਾਡੀ ਕੰਪਿਊਟਰ ਦੇ ਵਿੱਚ ਐਂਟਰ ਹੁੰਦੀ ਹੈ, ਸਭ ਤੋਂ ਪਹਿਲਾਂ ਉਹ ਇੰਸਟਰਕਸ਼ਨ ਫੈਚ ਹੁੰਦੀ ਹੈ, ਉਸ ਤੋਂ ਬਾਅਦ ਉਹ ਡਿਕੋਡ ਹੁੰਦੀ ਹੈ, ਫਿਰ ਉਸ ਤੋਂ ਬਾਅਦ ਐਗਜ਼ੀਕਿਊਟ ਹੁੰਦੀ ਹੈ। ਤਾਂ ਜਦੋਂ ਆਪਾਂ ਇੰਸਟਰਕਸ਼ਨ ਨੂੰ ਫੈਚ ਕੀਤੀ ਔਰ ਇੰਸਟਰਕਸ਼ਨ ਨੇ ਐਗਜ਼ੀਕਿਊਟ ਹੋਣਾ ਹੈ ਉਹਦੇ ਵਿੱਚ ਜੋ ਟਾਈਮ ਲੱਗਿਆ ਉਸ ਟਾਈਮ ਪੀਰੀਅਡ ਨੂੰ ਆਪਾਂ ਬੋਲਦੇ ਹਾਂ ਇੰਸਟਰਕਸ਼ਨ ਸਾਈਕਲ। ਇੰਸਟਰਕਸ਼ਨ ਸਾਈਕਲ is a time period during one instruction is fetched from memory and executed when a computer given an instruction in the machine language. Each instruction is further divided into sequence of phases. ਹਰ ਇੱਕ ਇੰਸਟਰਕਸ਼ਨ ਨੂੰ ਆਪਾਂ number of phases ਵਿੱਚ ਡਿਵਾਈਡ ਕਰਦੇ ਹਾਂ। After the execution, the program counter is incremented to point to the next instruction. ਜਦੋਂ ਵੀ ਐਗਜ਼ੀਕਿਊਸ਼ਨ ਇੱਕ ਇੰਸਟਰਕਸ਼ਨ ਦੀ ਹੋ ਜਾਂਦੀ ਹੈ ਤਾਂ ਪ੍ਰੋਗਰਾਮ ਕਾਊਂਟਰ ਜਿਹੜਾ ਇੰਕਰੀਮੈਂਟ ਹੋ ਜਾਂਦਾ ਹੈ ਕਿਉਂਕਿ ਤੁਹਾਡਾ ਪ੍ਰੋਗਰਾਮ ਕਾਊਂਟਰ ਹਮੇਸ਼ਾ ਹੀ ਨੈਕਸਟ ਇੰਸਟਰਕਸ਼ਨ ਦਾ ਐਡਰੈਸ ਸਟੋਰ ਕਰਦਾ ਹੈ। ਹੁਣ ਆਪਾਂ ਕਰਨ ਲੱਗੇ ਹਾਂ ਫੇਜ਼ਸ। 3 ਫੇਜ਼ਸ ਹੁੰਦੇ ਆ ਇਹਦੇ: fetch an instruction from memory, then decode the instruction, then execute the instruction. First is fetch cycle. In this phase the sequence counter is initialized to 0. sequence counter ਦੀ ਵੈਲਿਊ ਆਪਾਂ 0 ਕਰਦੇ ਹਾਂ। The address of first instruction from PC is loaded into address register. ਜਿਹੜੀ ਇੰਸਟਰਕਸ਼ਨ ਦਾ ਐਡਰੈਸ PC ਦੇ ਵਿੱਚ ਪਿਆ ਹੁੰਦਾ ਹੈ ਪਹਿਲੀ ਇੰਸਟਰਕਸ਼ਨ ਮੀਨਸ ਉਹਦਾ ਐਡਰੈਸ ਕਿੱਥੇ ਚਲਾ ਜਾਂਦਾ ਹੈ ਐਡਰੈਸ ਰਜਿਸਟਰ ਦੇ ਵਿੱਚ during the first clock cycle. This diagram shows fetch cycle. ਇਹਦੇ ਵਿੱਚ ਦੇਖੋ ਫਸਟ ਜਿਹੜੀ ਇੰਸਟਰਕਸ਼ਨ ਤੁਹਾਡੀ ਆਪਾਂ ਐਗਜ਼ੀਕਿਊਟ ਕਰਾਉਣੀ ਹੈ ਜਿਹੜੀ ਆਪਾਂ ਫੈਚ ਕਰ ਰਹੇ ਹਾਂ ਉਹ ਤੁਹਾਡੀ 002 ਤੇ ਹੈਗੀ ਹੈ। ਤਾਂ PC ਦੇ ਵਿੱਚ ਪਹਿਲਾਂ ਆ ਗਿਆ ਐਡਰੈਸ ਤੁਹਾਡਾ 002 ਔਰ ਉਹ ਜਿਹੜਾ ਹੈਗਾ ਤੁਹਾਡਾ ਐਡਰੈਸ ਰਜਿਸਟਰ ਜਾਊਗਾ ਪਹਿਲਾਂ, ਉਸ ਤੋਂ ਬਾਅਦ IR ਦੇ ਵਿੱਚ ਇੰਸਟਰਕਸ਼ਨ ਰਜਿਸਟਰ ਦੇ ਵਿੱਚ ਮੂਵ ਹੋ ਜਾਊਗਾ।
Next आ गया थोड़ा decode cycle. The instruction is decoded by instruction decoder of the processor. Decoding होनी है. All the bits of instruction register under execution stored in IR are analyzed. जो IR ਦੇ ਵਿੱਚ instruction store ने वो analyze होनी है. ਉਸ ਤੋਂ ਬਾਅਦ ਉਹ decode ਹੋ ਜਾਣੀ ਹੈ in the third clock cycle. This is shown in diagram of decode cycle. ਇਹਦੇ ਵਿੱਚ ਦੇਖੋ IR ਤੋਂ move ਹੋ ਗਿਆ decode unit ਦੇ ਵਿੱਚ. Next is execute cycle. In the last phase, the processor executes the instructions. This involves setting the contents of internal register AC to constant value 0. ਹੁਣ accumulator ਦੀ value ਕੀ ਹੈ 0. This is the execution cycle. ਇਹਦੇ ਵਿੱਚ ਦੇਖੋ PC ਦੇ ਵਿੱਚ value increment ਹੋਗੀ ਹੁਣ ਕਿਉਂਕਿ ਤੁਹਾਡੀ ਜਿਹੜੀ ਹੈਗੀ ਹੈ instruction execute phase ਦੇ ਵਿੱਚ ਚਲੀ ਗਈ ਹੈ ਹੁਣ execution ਹੋ ਜਾਣੀ ਹੈ instruction ਦੀ ਤਾਂ PC ਦੀ value ਕੀ ਹੋ ਜੂਗੀ increment ਹੋਗੀ 002 ਤੋਂ 003 ਹੋਗੀ ਔਰ accumulator ਦੀ value ਕੀ ਹੋਗੀ ਤੁਹਾਡੀ 0 ਹੋਗੀ ਹਾਂਜੀ this is a flow chart for instruction cycle ਸਭ ਤੋਂ ਪਹਿਲਾਂ ਦੇਖੋ ਇਹਦੇ sequence counter ਦੀ value 0 ਹੈ program counter ਦੇ ਵਿੱਚ ਜੋ value ਉਹਨੂੰ ਆਪਾਂ address register ਚ put ਕਰਤਾ ਉਸ ਤੋਂ ਬਾਅਦ एड्रैस रजिस्टर ਦੇ ਵਿੱਚ ਜੋ ਹੈਗੀ ਹੈ ਵੈਲਿਊ ਉਹਨੂੰ ਆਪਾਂ IR ਇੰਸਟਰਕਸ਼ਨ ਰਜਿਸਟਰ ਚ ਮੂਵ ਕਰਤਾ ਔਰ PC ਦੀ ਵੈਲਿਊ ਤੁਹਾਡੀ ਹੈਗੀ ਹੈ ਇੰਕਰੀਮੈਂਟ ਹੋ ਗਈ ਉਸ ਤੋਂ ਬਾਅਦ ਆਪਾਂ ਚੈੱਕ ਕਰਨਾ ਹੈ ਕਿ ਆਪਣੀ ਜਿਹੜੀ ਇੰਸਟਰਕਸ਼ਨਸ ਨੇ ਮੈਮਰੀ ਰੈਫਰੈਂਸ ਇੰਸਟਰਕਸ਼ਨ ਹੈ ਕਿ ਤੁਹਾਡੀ ਇਨਪੁਟ ਆਊਟਪੁਟ ਰੈਫਰੈਂਸ ਹੈ ਜਾਂ ਰਜਿਸਟਰ ਰੈਫਰੈਂਸ ਹੈ ਹੁਣ ਦੇਖੋ ਅਗਰ D7 ਦੀ ਵੈਲਿਊ ਤੁਹਾਡੀ 1 ਹੈ ਤਾਂ ਇਹਦਾ ਮਤਲਬ ਕੀ ਹੈ ਤੁਹਾਡਾ ਆਪਰੇਸ਼ਨ ਕੋਡ ਕੀ ਹੈ 111 ਹੈ ਤਾਂ D7 ਦੀ ਵੈਲਿਊ 1 ਹੈ ਤਾਂ ਇਹਦਾ ਮਤਲਬ ਤੁਹਾਡੀ ਰਜਿਸਟਰ ਰੈਫਰੈਂਸ ਹੈ ਜਾਂ ਫਿਰ ਤੁਹਾਡੀ ਇਨਪੁਟ ਆਊਟਪੁਟ ਹੈਗੀ ਹੈ ਅਗਰ D7 ਦੀ ਵੈਲਿਊ 0 ਹੈ ਤਾਂ ਤੁਹਾਡਾ ਆਪਕੋਡ ਕੀ ਹੋਊਗਾ 000 ਤੋਂ ਲੈ ਕੇ 110 ਹੋਊਗਾ ਔਰ ਤੁਹਾਡੀ ਮੈਮਰੀ ਰੈਫਰੈਂਸ ਇੰਸਟਰਕਸ਼ਨ ਤੁਹਾਨੂੰ ਦੱਸੂਗੀ ਕਿ ਇਹ ਮੈਮਰੀ ਰੈਫਰੈਂਸ ਇੰਸਟਰਕਸ਼ਨ ਹੈ ਅਗਰ D7 ਦੀ ਵੈਲਿਊ 0 ਹੈ ਤੇ I ਦੀ ਵੈਲਿਊ 1 ਹੈ ਤੇ ਇਹਦਾ ਮਤਲਬ ਤੁਹਾਡੀ ਮੈਮਰੀ ਰੈਫਰੈਂਸ ਇੰਸਟਰਕਸ਼ਨ ਕੀ ਹੈ ਇਨਡਾਇਰੈਕਟ ਐਡਰੈਸ ਦੇ ਨਾਲ ਹੈ ਅਗਰ ਤੁਹਾਡੀ D7 ਦੀ ਵੈਲਿਊ 0 ਹੈ ਔਰ I ਦੀ ਵੈਲਿਊ ਵੀ 0 ਹੈ ਤਾਂ ਇਹਦਾ ਮਤਲਬ ਤੁਹਾਡੀਆਂ ਕੀ ਹੈ ਡਾਇਰੈਕਟ ਐਡਰੈਸ ਇੰਸਟਰਕਸ਼ਨਸ ਨੇ ਹੁਣ ਅਗਰ ਤੁਹਾਡੇ ਕੋਲ I ਦੀ ਵੈਲਿਊ 1 ਹੈ ਤਾਂ ਤੁਸੀਂ ਕੀ ਕਹੋਗੇ ਕਿ ਤੁਹਾਡਾ ਕੇਵਲ ਇਨਪੁਟ ਆਊਟਪੁਟ ਰੈਫਰੈਂਸ ਇੰਸਟਰਕਸ਼ਨ ਐਗਜ਼ੀਕਿਊਟ ਹੋ ਰਹੀਆਂ ਅਗਰ I ਦੀ ਵੈਲਿਊ 0 ਹੈ ਤਾਂ ਇਹਦਾ ਮਤਲਬ ਤੁਹਾਡੇ ਕੋਲ ਰਜਿਸਟਰ ਰੈਫਰੈਂਸ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਐਗਜ਼ੀਕਿਊਟ ਹੋ ਉਸ ਤੋਂ ਬਾਅਦ ਆ ਗਿਆ ਜੀ ਫੈਚ ਆਪਰੇਸ਼ਨ ਹੁਣ ਫੈਚ ਆਪਰੇਸ਼ਨ ਦੇ ਵਿੱਚ ਕਿਹੜੇ ਆਪਰੇਸ਼ਨਸ ਪਰਫਾਰਮ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਕਾਊਂਟਰ ਦੀ ਵੈਲਿਊ ਐਡਰੈਸ ਰਜਿਸਟਰ ਜਾਂਦੀ ਹੈ ਇਹ ਆਪਾਂ ਫਲੋ ਚਾਰਟ 'ਚ ਦੇਖ ਲਿਆ ਪਰ ਉਹੀ ਚੀਜ਼ ਮੈਂ ਇੱਥੇ ਰਿਪੀਟ ਕੀਤੀ ਹੋਈ ਹੈ एड्रेस रजिस्टर की वैल्यू IR इंस्ट्रक्शन रजिस्टर चलेगी और प्रोग्राम काउंटर की वैल्यू की है 1 इंक्रीमेंट हो जाएगी द इंस्ट्रक्शन रीड फ्रॉम मेमोरी इज देन प्लेस्ड इन द इंस्ट्रक्शन रजिस्टर ਜਿਹੜੀ इंस्ट्रक्शन ਆਪਾਂ ਰੀਡ ਕੀਤੀ ਸੀ ਉਹ ਤੁਹਾਡੇ IR इंस्ट्रक्शन रजिस्टर ਦੇ ਵਿੱਚ मूव then is decode operation in decode operation processor decode the instruction which is fetched from memory ਜੋ memory ਤੋਂ fetch ਕੀਤੀ ਸੀ इंस्ट्रक्शन ਉਹਦੀ decoding ਹੋਏਗੀ ਇਹਦੇ ਚ ਜਿਹੜੀਆਂ 0 ਤੋਂ ਲੈ ਕੇ 11 ਬਿਟਸ ਹੈ in the instruction format are stored in the address register ਚਲੀਆਂ ਜਾਣਗੀਆਂ 12 to 14 bits are decoded and 15th bit ਜਿਹੜੀ ਆਈ ਹੈ ਉਹ ਤੁਹਾਨੂੰ ਦੱਸੂਗੀ ਕਿ ਡਾਇਰੈਕਟ ਐਡਰੈਸ ਹੈ ਜਾਂ ਇਨਡਾਇਰੈਕਟ ਐਡਰੈਸ ਨੈਕਸਟ ਇਜ਼ ਐਗਜ਼ੀਕਿਊਸ਼ਨ ਆਪਰੇਸ਼ਨ ਦੇ ਵਿੱਚ ਆਪਾਂ ਚੈੱਕ ਕਰਨਾ ਹੈ ਕਿਉਂਕਿ ਆਪਾਂ ਦੇਖਣਾ ਹੈ ਕਿ ਕਿਹੜੀ ਤਰ੍ਹਾਂ ਦੀ ਇੰਸਟਰਕਸ਼ਨ ਹੈ ਕਿਉਂਕਿ ਆਪਣੇ ਕੋਲ 3 ਟਾਈਪ ਦੀਆਂ ਇੰਸਟਰਕਸ਼ਨ ਹੁੰਦੀਆਂ ਮੈਮਰੀ ਰੈਫਰੈਂਸ ਰਜਿਸਟਰ ਰੈਫਰੈਂਸ ਤੇ ਇਨਪੁਟ ਆਊਟਪੁਟ ਰੈਫਰੈਂਸ ਅਗਰ ਆਪਣੇ ਕੋਲ D ਦੀ ਵੈਲਿਊ 1 ਹੈ और I ਦੀ ਵੈਲਿਊ ਤੁਹਾਡੀ 0 ਹੈ that means the instruction is register reference instruction अगर D ਦੀ ਵੈਲਿਊ ਤੁਹਾਡੇ ਕੋਲ 1 ਹੈ और 15th ਬਿਟ ਜਿਹੜੀ ਤੁਹਾਡੀ ਹੈ ਉਹਦੀ ਵੈਲਿਊ 1 ਹੈ that means ਤੁਹਾਡੇ ਕੋਲ ਜਿਹੜੀ ਇੰਸਟਰਕਸ਼ਨ ਹੈ ਇਨਪੁਟ ਆਊਟਪੁਟ ਰੈਫਰੈਂਸ ਇੰਸਟਰਕਸ਼ਨ ਹੈ अगर D ਦੀ ਵੈਲਿਊ ਤੁਹਾਡੀ 0 ਹੈ और I ਦੀ ਵੈਲਿਊ ਜਿਹੜੀ ਤੁਹਾਡੀ 0 ਹੈ ਇਹਦਾ ਮਤਲਬ ਕੀ ਹੈ ਮੈਮਰੀ ਰੈਫਰੈਂਸ ਇੰਸਟਰਕਸ਼ਨ ਇਜ਼ ਵਿਦ ਡਾਇਰੈਕਟ ਐਡਰੈਸ ਇੰਸਟਰਕਸ਼ਨ अगर D ਦੀ ਵੈਲਿਊ 0 ਹੈ और 15th ਬਿਟ ਦੀ ਵੈਲਿਊ 1 ਹੈ it means memory reference instruction in indirect address ਉਸ ਤੋਂ ਬਾਅਦ ਕੀ ਹੈ AR ਨੇ ਹੋਲਡ ਕਰਨਾ ਹੈ ਐਡਰੈਸ ਪਾਰਟ ਜਿਹੜਾ ਇੰਸਟਰਕਸ਼ਨ ਦਾ ਔਰ ਆਫਟਰ ਦਾ ਇੰਸਟਰਕਸ਼ਨ ਇਜ਼ ਐਗਜ਼ੀਕਿਊਟਡ SC is clear to 0 and control return to fetch phase thanks for watching this video thanks again ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਪਰਸਨਲੀ ਫੋਨ ਕਰਕੇ ਮੇਰੇ ਨਾਲ ਪ੍ਰੋਬਲਮ ਜਿਹੜੀ ਹੈਗੀ ਆਪਦੀ ਸੋਲਵ ਕਰਵਾ ਸਕਦੇ ਹੋ thanks again